ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਅਸੀਂ YouTube ਤੇ ਜੋ ਆਪਣਾ ਟੌਪਿਕ ਕਰਨਾ ਹੈ ਉਹ ਸਾਡਾ ਟੌਪਿਕ MA ਪ੍ਰੀਵੀਅਸ ਪੰਜਾਬੀ ਪੇਪਰ 3 ਜਿਸ ਦਾ ਨਾਮ ਹੈ ਸਾਹਿਤ ਸਿਧਾਂਤ ਅਤੇ ਵਿਹਾਰਕ ਆਲੋਚਨਾ। ਉਹਦਾ 3rd ਯੂਨਿਟ ਹੈ ਜੋ ਪੱਛਮੀ ਆਲੋਚਨਾ ਅਤੇ ਯੂਨਾਨੀ ਕਾਵਿ ਸ਼ਾਸਤਰ ਨਾਲ ਸੰਬੰਧਿਤ ਹੈ। ਉਹਦੀ ਇੰਟਰੋਡਕਸ਼ਨ ਦਾ ਅਸੀਂ ਟੌਪਿਕ ਕਰਾਂਗੇ, ਜਿਹਦੇ ਤੁਸੀਂ ਪਲੇਟੋ ਅਰਸਤੂ ਬਾਰੇ ਜੋ ਹੈ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰੋਗੇ। ਪੱਛਮੀ ਆਲੋਚਨਾ ਅਤੇ ਯੂਨਾਨੀ ਕਾਵਿ ਸ਼ਾਸਤਰ ਜੋ ਹੈ ਬੇਟਾ, ਤੁਸੀਂ ਜੋ ਹੈ ਇਹਨੂੰ ਜਿਹੜਾ ਤੁਹਾਡਾ ਦੂਜਾ ਯੂਨਿਟ ਹੈ ਨਾ ਭਾਰਤੀ ਕਾਵਿ ਸ਼ਾਸਤਰ, ਉਹਦੇ ਕੰਪੈਰੀਜ਼ਨ ਵਿੱਚ ਇਹਨੂੰ ਜਦੋਂ ਰੱਖ ਕੇ ਦੇਖਦੇ ਹੋ ਤੇ ਤਾਂ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਜਾਂਦਾ ਹੈ। ਕਿਉਂਕਿ ਭਾਰਤੀ ਕਾਵਿ ਸ਼ਾਸਤਰ ਜੋ ਹੈ ਉਹਦੇ ਜਿਹੜੇ ਸਾਰੇ ਵਿਦਵਾਨ ਨੇ ਉਹ ਆਮ ਤੌਰ 'ਤੇ ਸੰਸਕ੍ਰਿਤ ਦੇ ਵਿਦਵਾਨ ਨੇ, ਕਿਉਂਕਿ ਭਾਰਤ ਵਿੱਚ ਜਦੋਂ ਪੋਇਟਰੀ ਨਾਲ ਸੰਬੰਧਿਤ ਕਾਵਿ ਸ਼ਾਸਤਰ ਨੂੰ ਆਰੰਭ ਕੀਤਾ ਗਿਆ, ਉਹਦੇ ਲਈ ਪੋਇਟਰੀ ਲਈ ਜਿਹੜੇ ਨਿਯਮ ਬਣਾਏ ਗਏ ਉਸ ਵੇਲੇ ਉਹ ਸੰਸਕ੍ਰਿਤ ਦੇ ਵਿਦਵਾਨਾਂ ਨੇ ਬਣਾਏ। ਅਤੇ ਯੂਨਾਨੀ ਕਾਵਿ ਸ਼ਾਸਤਰ ਜਾਂ ਪੱਛਮੀ ਆਲੋਚਨਾ ਨਾਲ ਸੰਬੰਧਿਤ ਜਿਹੜੇ ਪੋਇਟਰੀ ਦੇ ਜਿਹੜੇ ਨਿਯਮ ਬਣਾਏ ਗਏ ਉਹ ਨਿਯਮ ਪਲੇਟੋ ਅਤੇ ਅਰਿਸਟੋਟਲ ਆਦਿ ਵਿਦਵਾਨਾਂ ਨੇ ਬਣਾਏ। ਅਰਿਸਟੋਟਲ ਨੂੰ ਤੁਸੀਂ ਪੰਜਾਬੀ 'ਚ ਅਰਸਤੂ ਬੋਲਦੇ ਹੋ। ਆਓ ਬੇਟਾ ਟੌਪਿਕ 'ਤੇ ਆ ਜਾਈਏ। ਦੇਖੋ ਬੇਟਾ, ਪੱਛਮੀ ਆਲੋਚਨਾ ਦਾ ਮੁੱਢਲਾ ਅਤੇ ਪ੍ਰਾਚੀਨ ਸੋਮਾ ਯੂਨਾਨੀ ਸਮੀਖਿਆ ਸ਼ਾਸਤਰ ਹੈ। ਪੱਛਮੀ ਆਲੋਚਨਾ ਜੋ ਹੈ ਉਹਦਾ ਜਿਹੜਾ ਆਰੰਭਲਾ ਜਿਹੜਾ ਸੋਮਾ ਹੈ ਕਿ ਕਿੱਥੋਂ ਦੀ ਉਹ ਸ਼ੁਰੂ ਹੁੰਦੀ ਹੈ। ਪੱਛਮੀ ਆਲੋਚਨਾ ਜਦੋਂ ਆਰੰਭ ਕਰਦੇ ਨੇ ਸਾਹਿਤ ਦੀ, ਉਹ ਕਿੱਥੋਂ ਦੀ ਆਰੰਭ ਕਰਦੇ ਨੇ, ਕਿੱਥੋਂ ਦੀ ਮੈਟਰ ਲੈ ਕੇ ਆਰੰਭ ਕਰਦੇ ਨੇ, ਉਹ ਕਰਦੇ ਨੇ ਯੂਨਾਨੀ ਸਮੀਖਿਆ ਸ਼ਾਸਤਰ ਤੋਂ। ਅਤੇ ਸਭ ਤੋਂ ਪਹਿਲਾਂ ਜਿਹੜਾ ਇਸ ਵੇਲੇ ਦਾ ਵਿਦਵਾਨ ਹੈ, ਯੂਨਾਨ ਤੋਂ ਬਿਲੋਂਗ ਕਰਨ ਵਾਲਾ ਵਿਦਵਾਨ ਹੈ, ਉਹ ਹੈ ਪਲੇਟੋ। ਤੁਸੀਂ ਬੇਟਾ ਪਲੇਟੋ ਦਾ ਨਾਮ ਸੁਣਿਆ ਹੋਏਗਾ, ਜਿਹੜੇ ਬੱਚੇ ਪੋਲੀਟੀਕਲ ਸਾਇੰਸ ਪੜ੍ਹ ਕੇ ਆਏ ਹੋ, ਅਤੇ ਨਾਲ ਤੁਸੀਂ ਸੁਕਰਾਤ ਦਾ ਵੀ ਨਾਮ ਸੁਣਿਆ ਹੋਏਗਾ। ਸੁਕਰਾਤ ਜੋ ਹੈ ਉਹ ਪਲੇਟੋ ਦਾ ਗੁਰੂ ਹੈ ਅਤੇ ਪਲੇਟੋ ਜੋ ਹੈ ਉਹ ਅਰਸਤੂ ਦਾ ਗੁਰੂ ਹੈ। ਇਸ ਕਰਕੇ ਪਲੇਟੋ ਜੋ ਹੈ ਉਹ ਵਿਚਕਾਰਲਾ ਹੈ। ਅਤੇ ਪਲੇਟੋ ਜੋ ਹੈ ਪੱਛਮੀ ਆਲੋਚਕਾਂ ਵਿੱਚੋਂ ਜਾਂ ਯੂਨਾਨੀ ਆਲੋਚਕ ਹੈ, ਮੁੱਖ ਤੌਰ 'ਤੇ ਯੂਨਾਨ ਦਾ ਹੈ। ਪਲੇਟੋ ਯੂਨਾਨ ਨਾਲ ਸੰਬੰਧਿਤ ਹੈ। ਪਲੇਟੋ ਤੋਂ ਵੀ ਪਹਿਲਾਂ ਕੁਝ ਪੱਛਮੀ ਆਲੋਚਕਾਂ ਸੰਬੰਧੀ ਸੰਕੇਤ ਤਾਂ ਮਿਲਦੇ ਹਨ, ਮਤਲਬ ਕਿ ਪਲੇਟੋ ਤੋਂ ਪਹਿਲਾਂ ਕੁਝ ਪੱਛਮੀ ਆਲੋਚਕ ਆਲੋਚਨਾ ਨਾਲ ਸੰਬੰਧਿਤ ਆਪਣੀ ਵਿਚਾਰਧਾਰਾ ਪੇਸ਼ ਕਰਦੇ ਹਨ, ਪਰੰਤੂ ਇਸ ਖੇਤਰ ਵਿੱਚ ਪਲੇਟੋ ਨੂੰ ਹੀ ਮੁੱਖ ਥਾਂ ਪ੍ਰਾਪਤ ਹੈ। ਪਲੇਟੋ ਹੀ ਇਸ ਵੇਲੇ ਦਾ ਪ੍ਰਮੁੱਖ ਆਲੋਚਕ ਹੈ। ਪਲੇਟੋ ਨੇ ਆਪਣੇ ਗ੍ਰੰਥ ਦਾ ਰਿਪਬਲਿਕ, ਪੋਲੀਟੀਕਲ ਸਾਇੰਸ ਵਾਲੇ ਬੱਚੇ ਨੇ ਇਹਦਾ ਨਾਮ ਜ਼ਰੂਰ ਸੁਣਿਆ ਹੋਏਗਾ, ਦਾ ਰਿਪਬਲਿਕ ਵਿੱਚ ਸਾਹਿਤ ਦਾ ਵਿਸ਼ਲੇਸ਼ਣ ਕਰਕੇ ਕਾਵਿ ਬਾਰੇ ਕੁਝ ਧਾਰਨਾਵਾਂ ਨਿਸ਼ਚਿਤ ਕੀਤੀਆਂ। ਉਹਨੇ ਜੋ ਹੈ ਸਾਹਿਤ ਦਾ ਵਿਸ਼ਲੇਸ਼ਣ ਕਰਕੇ ਪੋਇਟਰੀ ਬਾਰੇ ਆਪਣੀਆਂ ਧਾਰਨਾਵਾਂ ਨਿਸ਼ਚਿਤ ਕੀਤੀਆਂ। ਕਵਿਤਾ ਬਾਰੇ, ਹੁਣ ਇੱਥੇ ਬੇਟਾ ਕਵਿਤਾ ਵਰਡ ਬਾਰ-ਬਾਰ ਕਿਉਂ ਆਏਗਾ? ਕਿਉਂਕਿ ਕਵਿਤਾ ਜੋ ਹੈ ਉਹ ਸਾਹਿਤ ਦਾ ਸਭ ਤੋਂ ਪੁਰਾਤਨ ਰੂਪ ਹੈ। ਜਿਵੇਂ ਨਾਵਲ ਹੋ ਗਿਆ, ਅਤੇ ਨਿੱਕੀ ਕਹਾਣੀ ਹੋ ਗਿਆ, ਇਕਾਂਗੀ ਹੋ ਗਿਆ, ਸਫ਼ਰਨਾਮਾ ਹੋ ਗਿਆ, ਸਵੇ ਜੀਵਨੀ ਹੋ ਗਈ, ਇਹ ਸਾਰੇ ਨਵੇਂ ਰੂਪ ਨੇ ਸਾਹਿਤ ਦੇ। ਪਰ ਪੋਇਟਰੀ ਜੋ ਹੈ ਉਹ ਸਾਹਿਤ ਦਾ ਪੁਰਾਤਨ ਰੂਪ ਹੈ। ਪੁਰਾਣੇ ਸਮੇਂ 'ਚ ਜੋ ਵਾਰਤਕ ਹੈ ਉਹ ਵੀ ਪੋਇਟਰੀ ਦੇ ਰੂਪ ਵਿੱਚ ਲਿਖੀ ਜਾਂਦੀ ਸੀਗੀ। ਪਲੇਟੋ ਨੇ ਆਪਣੇ ਗ੍ਰੰਥ ਦਾ ਰਿਪਬਲਿਕ ਵਿੱਚ ਸਾਹਿਤ ਦਾ ਵਿਸ਼ਲੇਸ਼ਣ ਕਰਕੇ ਕਾਵਿ ਬਾਰੇ ਕੁਝ ਧਾਰਨਾਵਾਂ ਨਿਸ਼ਚਿਤ ਕੀਤੀਆਂ। ਪਲੇਟੋ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਆਦਰਸ਼ਵਾਦੀ ਸੀ। ਉਸਨੇ ਸਮਕਾਲੀ ਸਾਹਿਤ ਨੂੰ ਆਦਰਸ਼ ਦੀ ਕਸਵੱਟੀ 'ਤੇ ਪਰਖਿਆ। ਪਲੇਟੋ ਜੋ ਹੈ ਆਪ ਇੱਕ ਆਦਰਸ਼ਵਾਦੀ ਵਿਚਾਰਧਾਰਾ ਰੱਖਣ ਵਾਲਾ ਵਿਦਵਾਨ ਸੀ। ਇਸ ਲਈ ਪਲੇਟੋ ਜੋ ਹੈ ਉਹਦਾ ਇਹ ਵਿਚਾਰ ਹੈ ਕਿ ਜਿਹੜੀ ਵੀ ਪੋਇਟਰੀ ਲਿਖੀ ਜਾਏ ਉਹਦੇ 'ਚ ਜਿਹੜਾ ਮੈਟਰ ਪੇਸ਼ ਕੀਤਾ ਜਾਂਦਾ ਹੈ ਉਹ ਕਿਸੇ ਨਾ ਕਿਸੇ ਆਦਰਸ਼ ਨੂੰ ਸਾਡੇ ਅੰਦਰ ਧਾਰਨ ਕਰਵਾਏ। ਪਲੇਟੋ ਅਨੁਸਾਰ ਸਾਹਿਤ ਦਾ ਜਨਮ ਅਗਿਆਨ ਤੋਂ ਹੁੰਦਾ ਹੈ। ਸਾਹਿਤ ਦਾ ਜਨਮ ਕਿੱਥੋਂ ਦੀ ਹੁੰਦਾ ਹੈ? ਅਗਿਆਨਤਾ ਤੋਂ। ਇਸ ਲਈ ਇਹ ਸਮਾਜ ਲਈ ਹਾਨੀਕਾਰਕ ਹੈ ਅਤੇ ਸਾਹਿਤ ਜੋ ਹੈ ਉਹ ਸਾਹਿਤ ਆਦਰਸ਼ ਇੱਕ ਚੰਗਾ ਸਮਾਜ ਬਣਾਉਣ ਲਈ ਸਮਰੱਥ ਨਹੀਂ ਹੁੰਦਾ। ਅਤੇ ਜੇਕਰ ਅਸੀਂ ਇਹ ਸੋਚ ਲਈਏ ਕਿ ਸਾਹਿਤ ਜੋ ਹੈ ਉਹ ਇੱਕ ਚੰਗਾ ਸਮਾਜ ਬਣਾਉਣ ਵਿੱਚ ਸਾਡੇ ਲਈ ਲਾਭਕਾਰੀ ਹੋਏਗਾ, ਉਸ ਨੂੰ ਜੋ ਹੈ ਪਲੇਟੋ ਸਹੀ ਨਹੀਂ ਮੰਨਦਾ। ਪਲੇਟੋ ਅਨੁਸਾਰ
ਇਸ ਸ੍ਰਿਸ਼ਟੀ ਦੇ ਪਿੱਛੇ ਇੱਕ ਅਦ੍ਰਿਸ਼ਟ ਸ਼ਕਤੀ ਹੈ ਜਿਸ ਨੂੰ ਸੱਤ ਕਹਿੰਦੇ ਹਨ। ਸੱਤ ਮੀਨਸ ਸੱਚ। ਸਾਹਿਤ ਇਸ ਸੱਤ ਦੀ ਨਕਲ ਹੈ ਅਤੇ ਇਸ ਲਈ ਇਸ ਦਾ ਜਨਮ ਅਗਿਆਨ ਤੋਂ ਹੁੰਦਾ ਹੈ। ਸਾਹਿਤ ਜੋ ਹੈ ਇਸ ਸੱਚ ਦੀ ਨਕਲ ਹੈ ਤੇ ਇਸ ਲਈ ਇਹਦਾ ਜਿਹੜਾ ਜਨਮ ਹੈ ਉਹ ਅਗਿਆਨ ਤੋਂ ਹੁੰਦਾ ਹੈ। ਪਲੈਟੋ ਅਨੁਸਾਰ ਸਾਹਿਤ ਉਸ ਸੱਤ ਤੋਂ ਬਹੁਤ ਦੂਰ ਦੀ ਚੀਜ਼ ਹੈ। ਸੱਤ ਤੋਂ ਉਸ ਸੱਚ ਤੋਂ ਬਹੁਤ ਦੂਰ ਦੀ ਚੀਜ਼ ਹੈ, ਇਸ ਲਈ ਇਹ ਮਿਥਿਆ ਤੇ ਆਧਾਰਿਤ ਹੈ। ਇਹ ਜੋ ਹੈ ਲਿਟਰੇਚਰ ਨੂੰ ਜੋ ਹੈ ਪਲੈਟੋ ਮਿਥਿਆ ਮੰਨਦਾ। ਕਿਉਂ ਮੰਨਦਾ? ਪਲੈਟੋ ਇਹ ਮੰਨਦਾ ਹੈ ਕਿ ਸਾਹਿਤਕਾਰ ਜੋ ਹੈ ਉਹ ਨਕਲ ਕਰਦਾ ਹੈਗਾ, ਉਹ ਨਕਲ ਕਰਦਾ ਹੈ ਸਿਰਫ ਉਸ ਅਕਾਲ ਪੁਰਖ ਦੀ ਬਣਾਈਆਂ ਹੋਈਆਂ ਚੀਜ਼ਾਂ ਦੀ, ਕਿਉਂਕਿ ਉਹਦੇ ਕੋਲ ਆਪਣਾ ਕੋਈ ਗਿਆਨ ਨਹੀਂ ਹੈ। ਸਾਹਿਤ ਤੋਂ ਬਾਅਦ ਪਲੈਟੋ ਜੋ ਹੈ ਜਿਹੜੀ ਵਿਚਾਰਧਾਰਾ ਪੇਸ਼ ਕਰਦਾ ਹੈ, ਜਿਵੇਂ ਬੇਟਾ ਕੋਈ ਵੀ ਲਿਟਰੇਚਰ ਹੁੰਦਾ ਹੈ ਨਾ, ਉਹਨੂੰ ਪੜ੍ਹ ਕੇ ਸਾਨੂੰ ਕੋਈ ਨਾ ਕੋਈ ਰਸ ਜ਼ਰੂਰ ਆਉਂਦਾ ਹੈ। ਜਿਵੇਂ ਜੇਕਰ ਤੁਸੀਂ ਚੰਡੀ ਦੀ ਵਾਰ ਪੜ੍ਹੀ ਤੁਹਾਨੂੰ ਬੀਰ ਰਸ ਆਏਗਾ। ਤੁਸੀਂ ਜੋ ਹੈ ਆਪਣਾ ਗੁਰਬਾਣੀ ਪੜ੍ਹ ਰਹੇ ਹੋ ਤੁਹਾਨੂੰ ਭਗਤੀ ਰਸ ਆਏਗਾ, ਕੋਈ ਨਾ ਕੋਈ ਰਸ ਜ਼ਰੂਰ ਆਉਂਦਾ। ਤੇ ਪਲੈਟੋ ਕੀ ਮੰਨਦਾ ਹੈ ਕਿ ਜਿਹੜਾ ਲਿਟਰੇਚਰ ਹੁੰਦਾ ਹੈ ਨਾ, ਕਿ ਸਾਹਿਤ ਜਿਹੜਾ ਹੈ ਉਹ ਮਨੁੱਖ ਦੀਆਂ ਤੁੱਛ ਅਤੇ ਘਟੀਆ ਵਾਸਨਾਵਾਂ ਨੂੰ ਉਭਾਰਦਾ ਹੈ। ਕਿ ਜਿਹੜੀਆਂ ਸਾਡੇ ਅੰਦਰ ਘਟੀਆਂ ਗੱਲਾਂ ਹੁੰਦੀਆਂ ਨੇ ਨਾ, ਲਿਟਰੇਚਰ ਉਹਨਾਂ ਨੂੰ ਉਭਾਰ ਦਿੰਦਾ ਹੈ। ਜੇਕਰ ਲਿਟਰੇਚਰ ਇੱਕ ਆਦਰਸ਼ਵਾਦੀ ਲਿਟਰੇਚਰ ਨਹੀਂ ਹੋਏਗਾ, ਉਹ ਕਿਸੇ ਇਤਿਹਾਸ ਨੂੰ ਆਪਣੇ 'ਚ ਪੇਸ਼ ਨਹੀਂ ਕਰੇਗਾ, ਉਹ ਆਪਣੇ ਅੰਦਰ ਨੈਤਿਕਤਾ ਧਾਰਨ ਨਹੀਂ ਰੱਖੇਗਾ। ਸਾਹਿਤ ਲਈ ਗੱਲ ਕਰ ਰਿਹਾ ਪਲੈਟੋ ਕਿ ਜੇਕਰ ਸਾਹਿਤ ਦੇ ਵਿੱਚ ਨੈਤਿਕਤਾ ਪੇਸ਼ ਨਹੀਂ ਹੋਏਗੀ, ਸਾਹਿਤ ਇਤਿਹਾਸ ਨਾਲ ਜੁੜਿਆ ਹੋਇਆ ਨਹੀਂ ਹੋਏਗਾ, ਸਾਹਿਤ ਜੋ ਹੈ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਨਹੀਂ ਹੋਏਗਾ, ਤਾਂ ਉਹ ਸਾਹਿਤ ਜੋ ਹੈ ਸਾਡੇ ਅੰਦਰ ਘਟੀਆ ਵਾਸਨਾਵਾਂ ਨੂੰ ਉਭਾਰ ਦਿੰਦਾ ਹੈ ਅਤੇ ਘਟੀਆ ਵਾਸਨਾਵਾਂ ਜਿਹੜੀਆਂ ਹੁੰਦੀਆਂ ਨੇ ਇਹ ਸਮਾਜ ਲਈ ਹਾਨੀਕਾਰਕ ਹੁੰਦੀਆਂ ਨੇ। ਪਲੈਟੋ ਨੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਦੀ ਕਸਵੱਟੀ ਤੇ ਸਾਹਿਤ ਰਾਹੀਂ ਕਲਿਆਣਕਾਰੀ ਸਿੱਖਿਆ ਦੇਣ ਦੀ ਮੰਗ ਕੀਤੀ। ਪਲੈਟੋ ਦਾ ਇਹ ਮੰਨਣਾ ਹੈ ਕਿ ਇੱਕ ਆਦਰਸ਼ ਸਮਾਜ ਉਦੋਂ ਹੀ ਸਥਾਪਿਤ ਕੀਤਾ ਜਾ ਸਕਦਾ ਹੈ ਜੇਕਰ ਜਿਹੜਾ ਲਿਟਰੇਚਰ ਹੈ, ਜਿਹੜਾ ਸਾਹਿਤ ਹੈ, ਉਹ ਕਲਿਆਣਕਾਰੀ ਕੋਈ ਚੰਗੀ ਸਿੱਖਿਆ ਦੇਵੇ ਲੋਕਾਂ ਨੂੰ, ਜੇਕਰ ਉਹ ਕੋਈ ਚੰਗੀ ਸਿੱਖਿਆ ਦੇਵੇ। ਹੁਣ ਬੇਟਾ ਜਿਹੜੀ ਪਲੈਟੋ ਦੀ ਜਿਹੜੀ ਵਿਚਾਰਧਾਰਾ ਹੈ, ਇਹਦਾ ਜਿਹੜਾ ਸ਼ਿਸ਼ ਹੈ, ਜਿਹੜਾ ਅਰਿਸਟੋਟਲ ਹੈ, ਉਹਦੀ ਵਿਚਾਰਧਾਰਾ ਜੋ ਹੈ ਪਲੈਟੋ ਤੋਂ ਵੱਖ ਹੈ, ਪਰ ਫਿਰ ਵੀ ਜੋ ਹੈ ਮਨਮੁਟਾਵ ਇਹਨਾਂ ਵਿੱਚ ਨਹੀਂ ਹਨ। ਪਲੈਟੋ ਦੀਆਂ ਇਹਨਾਂ ਮਾਨਤਾਵਾਂ ਦਾ ਜਵਾਬ ਉਸ ਦੇ ਸ਼ਾਗਿਰਦ ਅਰਿਸਟੋਟਲ ਨੇ ਦਿੱਤਾ। ਮਤਲਬ ਕਿ ਸਾਹਿਤ ਬਾਰੇ ਜੋ ਗੱਲ ਪਲੈਟੋ ਕਰਦਾ ਹੈ ਨਾ ਕਿ ਸਾਹਿਤ ਤੇ ਸਿਰਫ ਨਕਲ ਹੈ, ਉਹਦੀਆਂ ਗੱਲਾਂ ਦਾ ਜਵਾਬ ਜੋ ਹੈ ਅਰਿਸਟੋਟਲ ਦਿੰਦਾ ਹੈ। ਉਸਨੇ ਸਾਹਿਤ ਨੂੰ ਨਵੀਨ ਅਤੇ ਮੌਲਿਕ ਰਚਨਾ ਕਿਹਾ। ਉਹ ਤੇ ਲਿਟਰੇਚਰ ਨੂੰ ਕੀ ਕਹਿੰਦਾ ਹੈ ਅਰਿਸਟੋਟਲ, ਕਿ ਲਿਟਰੇਚਰ ਜੋ ਹੈ ਉਹ ਨਵੀਨ ਵੀ ਹੁੰਦਾ ਹੈ ਤੇ ਮੌਲਿਕ ਵੀ ਹੁੰਦਾ ਹੈ, ਜਿਸ ਵਿੱਚ ਵਿਆਪਕ ਸੱਚ ਹੁੰਦਾ ਹੈ ਤੇ ਉਹ ਕੋਈ ਝੂਠ ਵੀ ਨਹੀਂ ਹੁੰਦਾ। ਲਿਟਰੇਚਰ ਉਹਦੇ 'ਤੇ ਸੱਚ ਵਿਆਪਕ ਰਹਿੰਦਾ ਹੈ। ਅਰਿਸਟੋਟਲ ਅਨੁਸਾਰ ਸਾਹਿਤ ਵਾਸਨਾਵਾਂ ਨੂੰ ਜਗਾ ਕੇ ਉਹਨਾਂ ਦਾ ਕੈਥਾਰਸਿਸ ਕਰਕੇ ਉਹਨਾਂ ਨੂੰ ਸ਼ੁੱਧ ਕਰਦਾ ਹੈ। ਹੁਣ ਜਿਵੇਂ ਪਲੈਟੋ ਗੱਲ ਕਰ ਰਿਹਾ ਸੀ ਕਿ ਸਾਡੇ ਅੰਦਰ ਜੋ ਹੈ ਘਟੀਆ ਗੱਲਾਂ ਨੂੰ ਉਭਾਰ ਦਿੰਦਾ ਹੈ ਲਿਟਰੇਚਰ, ਪਰ ਅਰਿਸਟੋਟਲ ਦਾ ਮੰਨਣਾ ਹੈ ਕਿ ਜਿਹੜਾ ਲਿਟਰੇਚਰ ਹੈ ਉਹ ਸਾਡੇ ਅੰਦਰੋਂ ਦੀ ਗਲਤ ਗੱਲਾਂ ਨੂੰ ਬਾਹਰ ਕੱਢ ਕੇ ਜੋ ਹੈ ਉਹਨਾਂ ਦਾ ਵਿਰੇਚਨ ਕਰ ਦਿੰਦਾ ਹੈ। ਕੈਥਾਰਸਿਸ ਹੁੰਦਾ ਹੈ ਵਿਰੇਚਨ ਹੁੰਦਾ ਗਲਤ ਗੱਲਾਂ ਨੂੰ ਬਾਹਰ ਕੱਢਣਾ। ਜਿਸ ਤਰ੍ਹਾਂ ਅਸੀਂ ਕੋਈ ਜਿਵੇਂ ਕ੍ਰਾਈਮ ਪੈਟਰੋਲ ਦਾ ਐਗਜ਼ਾਮਪਲ ਦਿੰਦੀ ਹੁੰਦੀ ਹੈ ਬੇਟਾ ਮੈਂ ਕਲਾਸ ਵਿੱਚ, ਕਿ ਜਿਸ ਤਰ੍ਹਾਂ ਤੁਸੀਂ ਕ੍ਰਾਈਮ ਪੈਟਰੋਲ TV 'ਚ ਆਉਂਦਾ ਹੈ ਸੀਰੀਅਲ, ਹੁਣ ਤਾਂ ਪਤਾ ਨਹੀਂ ਮੈਨੂੰ ਆਉਂਦਾ ਕਿ ਨਹੀਂ ਆਉਂਦਾ, ਪਰ ਪਹਿਲਾਂ ਆਉਂਦਾ ਹੁੰਦਾ ਸੀ, ਕਿ ਉਹਨੂੰ ਦੇਖ ਕੇ ਜੋ ਹੈ ਪਲੈਟੋ ਦੀ ਇਹ ਗੱਲ ਵੀ ਸਹੀ ਹੈ ਕਿ ਸਾਡੇ ਅੰਦਰ ਜੋ ਹੈ ਡਰ ਵੀ ਉੱਭਰ ਜਾਂਦਾ ਹੈ, ਅਸੀਂ ਡਰ ਵੀ ਜਾਂਦੇ ਹੈਗੇ ਉਹਨਾਂ ਗੱਲਾਂ ਨੂੰ ਵੇਖ ਕੇ। ਪਰ ਅਰਿਸਟੋਟਲ ਦਾ ਮੰਨਣਾ ਹੈ ਕਿ ਸਾਡੇ ਅੰਦਰੋਂ ਦੀ ਗਲਤ ਗੱਲਾਂ ਨਿਕਲ ਜਾਂਦੀਆਂ ਨੇ ਜੇਕਰ ਅਸੀਂ ਕੁਝ ਅਜਿਹਾ ਦੇਖ ਵੀ ਲਿਆ। ਕਿਉਂਕਿ ਜੇਕਰ ਕ੍ਰਾਈਮ ਪੈਟਰੋਲ ਵਿੱਚ ਤੁਸੀਂ ਕੋਈ ਗਲਤ ਜੁਰਮ ਹੁੰਦਿਆਂ ਕੋਈ ਦੇਖੋਗੇ ਨਾ, ਤੁਸੀਂ ਇਹ ਥੋੜ੍ਹਾ ਸੋਚੋਗੇ ਕਿ ਇਹ ਕੰਮ ਮੈਂ ਵੀ ਕਰੂੰਗਾ, ਬਲਕਿ ਤੁਸੀਂ ਇਹ ਸੋਚੋਗੇ ਕਿ ਇਹ ਮੈਂ ਨਹੀਂ ਕਰੂੰਗਾ। ਆਪਣੇ ਅੰਦਰੋਂ ਦੀ ਤੁਸੀਂ ਉਹ ਗੱਲਾਂ ਕੱਢੋਗੇ। ਤੇ ਇਸ ਕਰਕੇ ਅਰਿਸਟੋਟਲ ਤੇ ਇਹ ਮੰਨਦਾ ਹੈ ਕਿ ਸਾਹਿਤ ਸਾਡੇ ਅੰਦਰੋਂ ਦੀ ਗਲਤ ਗੱਲਾਂ ਨੂੰ ਬਾਹਰ ਕੱਢਦਾ ਹੈ। ਉਕਤ ਵਿਚਾਰਾਂ ਨਾਲ ਅਰਿਸਟੋਟਲ ਨੇ ਸਾਹਿਤ ਦੀ ਮਹਾਨਤਾ ਅਤੇ ਸਮਾਜਿਕ ਉਪਯੋਗਤਾ ਨੂੰ ਸਿੱਧ ਕੀਤਾ। ਇਸ ਤਰ੍ਹਾਂ ਜੋ ਹੈ ਅਰਿਸਟੋਟਲ ਕੈਥਾਰਸਿਸ ਵਾਲੇ ਆਪਣੇ ਸਿਧਾਂਤ ਰਾਹੀਂ ਸਾਹਿਤ ਦੀ ਮਹਾਨਤਾ ਅਤੇ ਉਹਦੀ ਸਮਾਜਿਕ ਉਪਯੋਗਤਾ, ਕਿ ਸਮਾਜ ਲਈ ਲਿਟਰੇਚਰ ਜੋ ਹੈ ਕਿੰਨਾ ਜ਼ਰੂਰੀ ਹੈ, ਇਹਨਾਂ ਗੱਲਾਂ ਨੂੰ ਸਿੱਧ ਕਰਦਾ ਹੈ। ਸਾਹਿਤ ਇੱਕ ਪਾਸੇ ਤਾਂ ਨੈਤਿਕ ਉਦਾਤ ਭਾਵਨਾਵਾਂ ਨੂੰ ਜਗਾਉਂਦਾ ਹੈ,
ਅਰਸਤੂ ਅਨੁਸਾਰ ਸਾਹਿਤ ਇੱਕ ਪਾਸੇ ਤਾਂ ਸਾਡੇ ਅੰਦਰ ਨੈਤਿਕ ਅਤੇ ਉਦਾਤ ਹੁੰਦਾ ਇੱਕ ਨਿਸ਼ਚਿਤ ਉਛਾਲ। ਉਦਾਤ ਦਾ ਸਿਧਾਂਤ ਜੋ ਹੈ ਉਹ ਲਜਾਈਨਸ ਨੇ ਦਿੱਤਾ। ਤੇ ਉਦਾਤ ਸਿਧਾਂਤ ਜੋ ਹੈ ਬੇਟਾ ਤੁਹਾਡੇ ਉਹ ਔਚਿਤਯ ਸਿਧਾਂਤ ਹੈ ਜੋ ਤੁਹਾਡਾ ਭਾਰਤੀ ਕਾਵਿ ਸ਼ਾਸਤਰ ਦਾ ਉਹਦੇ ਨਾਲ ਮਿਲਦਾ ਜੁਲਦਾ ਹੈ। ਜਿਹੜੇ ਬੱਚੇ ਨੇ ਔਚਿਤਯ ਸਿਧਾਂਤ ਕਰ ਲਿਆ ਉਹਨਾਂ ਨੂੰ ਜੋ ਹੈ ਉਦਾਤ ਸਿਧਾਂਤ ਵੀ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਏਗਾ। ਤੇ ਅਰਿਸਟੋਟਲ ਕੀ ਕਹਿੰਦਾ ਕਿ ਸਾਹਿਤ ਦੀ ਜਿਹੜੀ ਮਹਾਨਤਾ ਅਤੇ ਸਮਾਜਿਕ ਉਪਯੋਗਤਾ ਉਹਨੇ ਸਿੱਧ ਕੀਤੀ ਅਤੇ ਕਹਿੰਦਾ ਕਿ ਸਾਹਿਤ ਜੋ ਹੈ ਇੱਕ ਪਾਸੇ ਨੈਤਿਕ ਅਤੇ ਉਦਾਤ ਭਾਵਨਾਵਾਂ ਨੂੰ ਜਗਾਉਂਦਾ ਹੈ ਅਤੇ ਦੂਜੇ ਪਾਸੇ ਮਨ ਨੂੰ ਜੋ ਹੈ ਉਹ ਆਨੰਦ ਵੀ ਦਿੰਦਾ ਹੈ, ਅਰਿਸਟੋਟਲ ਦਾ ਮੰਨਣਾ ਹੈ। ਇਸ ਤਰ੍ਹਾਂ ਅਰਿਸਟੋਟਲ ਨੇ ਪਲੈਟੋ ਦੇ ਮਤ ਦਾ ਵਿਰੋਧ ਕੀਤਾ ਅਤੇ ਸਾਹਿਤ ਬਾਰੇ ਆਪਣੇ ਨਵੇਂ ਵਿਚਾਰ ਪੇਸ਼ ਕੀਤੇ। ਅਰਿਸਟੋਟਲ ਤੋਂ ਬਾਅਦ ਅਗਲਾ ਜਿਹੜਾ ਵਿਦਵਾਨ ਹੈ ਉਹ ਹੈ ਲਜਾਈਨਸ। ਲਜਾਈਨਸ ਨੇ ਵੀ ਸਾਹਿਤ ਸੰਬੰਧੀ ਆਪਣੇ ਮਤ ਨੂੰ ਪੇਸ਼ ਕੀਤਾ। ਉਸਨੇ ਸਮਾਧੀ ਅਵਸਥਾ ਭਾਵ ਸ਼ਾਂਤ ਹਾਲਤ ਵਿੱਚ ਪਹੁੰਚਾ ਦੇਣ ਦੀ ਸ਼ਕਤੀ ਰੱਖਣ ਵਾਲੀ ਰਚਨਾ ਨੂੰ ਸਾਹਿਤ ਦਾ ਨਾਂ ਦਿੱਤਾ। ਲਜਾਈਨਸ ਨੇ ਪਾਠਕ, ਰਚਨਾ ਅਤੇ ਲੇਖਕ ਤਿੰਨਾਂ ਦੇ ਮੁੱਖ ਗੁਣਾਂ ਦੀ ਵਿਆਖਿਆ ਕੀਤੀ। ਕਿਸਨੇ? ਲਜਾਈਨਸ ਨੇ। ਲਜਾਈਨਸ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਸਵਛੰਦਤਾਵਾਦੀ ਸਾਹਿਤ ਧਾਰਾ ਰੋਮੈਂਟਿਸਿਜ਼ਮ ਦਾ ਆਰੰਭ ਕੀਤਾ, ਜਿਸ ਦਾ 18ਵੀਂ ਸਦੀ ਦੇ ਸਾਹਿਤ 'ਤੇ ਬਹੁਤ ਪ੍ਰਭਾਵ ਪਿਆ। ਰੋਮੈਂਟਿਸਿਜ਼ਮ ਵਾਲਾ ਜਿਹੜਾ ਲਿਟਰੇਚਰ ਹੁੰਦਾ ਉਹਦੇ ਵਿੱਚ ਜੋ ਹੈ ਲੇਖਕ ਕਲਪਨਾ ਤੋਂ ਵਾਧੂ ਕੰਮ ਲੈਂਦਾ ਹੈ। ਜਦੋਂ ਵੀ ਉਹ ਕੋਈ ਲਿਟਰੇਚਰ ਲਿਖ ਰਿਹਾ ਹੁੰਦਾ ਉਸ ਵੇਲੇ ਉਹ ਕਲਪਨਾ ਤੋਂ ਬਹੁਤ ਕੰਮ ਲੈਂਦਾ ਹੈ। ਪਲੈਟੋ ਨੇ ਕਾਵਿ ਨੂੰ ਨੈਤਿਕ ਮੂਲਾਂ, ਉਦਾਤ ਗੁਣਾਂ ਅਤੇ ਸਮਾਜਿਕ ਉਪਯੋਗਤਾ ਤੋਂ ਵੱਖਰਾ ਨਹੀਂ ਮੰਨਿਆ। ਪਲੈਟੋ ਜੋ ਹੈ ਪੋਇਟਰੀ ਨੂੰ ਕਿਸੇ ਵੀ ਤਰ੍ਹਾਂ ਤੋਂ ਮੋਰਲ ਵੈਲਿਊਜ਼ ਤੋਂ, ਉਦਾਤ ਗੁਣਾਂ ਤੋਂ, ਇੱਕ ਨਿਸ਼ਚਿਤ ਉਛਾਲ ਤੋਂ ਅਤੇ ਸਮਾਜਿਕ ਉਪਯੋਗਤਾ ਤੋਂ ਵੱਖਰਾ ਤੇ ਨਹੀਂ ਮੰਨਦਾ, ਪਰ ਅਜਿਹਾ ਸਾਹਿਤ ਜਿਹੜਾ ਸਮਾਜਿਕ, ਨੈਤਿਕ ਅਤੇ ਅਧਿਆਤਮਿਕ ਜੀਵਨ ਨੂੰ ਆਦਰਸ਼ ਵਿੱਚ ਢਾਲਣ ਦੀ ਸ਼ਕਤੀ ਰੱਖਦਾ ਹੈ, ਉਸੇ ਸਾਹਿਤ ਨੂੰ ਉਹ ਜੋ ਹੈ ਸਹੀ ਮੰਨਦਾ ਹੈ ਕਿ ਜਿਸ ਵਿੱਚ ਨੈਤਿਕਤਾ ਹੋਏ ਅਤੇ ਅਧਿਆਤਮਿਕ ਜੀਵਨ ਜੋ ਹੈ ਸਾਡਾ ਉਹਦੇ ਨਾਲ ਭਰਪੂਰ ਬਣੇ, ਉਹਨੂੰ ਪਲੈਟੋ ਸਹੀ ਮੰਨਦਾ ਹੈ। ਉਹੀ ਸਾਹਿਤ ਉੱਤਮ ਅਤੇ ਸਤ ਹੈ ਅਤੇ ਬਾਕੀ ਸਾਰਾ ਸਾਹਿਤ ਜੋ ਹੈ ਪਲੈਟੋ ਅਨੁਸਾਰ ਘਟੀਆ ਅਤੇ ਨਿੰਦਨਯੋਗ ਹੈ। ਪਲੈਟੋ ਸਤ ਨੂੰ ਈਸ਼ਵਰ ਅਤੇ ਉਸ ਦੇ ਸਾਰੇ ਉੱਤਮ ਗੁਣਾਂ ਨੂੰ ਸਤ ਮੰਨਦਾ ਹੈ। ਪਲੈਟੋ ਜੋ ਹੈ ਸਤ ਨੂੰ ਈਸ਼ਵਰ, ਸਤ ਮੀਨਸ ਰੱਬ ਨੂੰ ਜੋ ਹੈ ਈਸ਼ਵਰ ਕਹਿ ਹੀ ਰਹੇ ਹੋ, ਈਸ਼ਵਰ ਅਤੇ ਉਸ ਦੇ ਸਾਰੇ ਉੱਤਮ ਗੁਣਾਂ ਨੂੰ ਵੀ ਜੋ ਹੈ ਸੱਚ ਮੰਨਦਾ ਹੈ। ਉਸ ਅਤੇ ਅਸਤ ਨੂੰ ਅਗਿਆਨ ਤੋਂ ਪੈਦਾ ਹੋਇਆ ਮੰਨਦਾ ਹੈ। ਹੁਣ ਉਹ ਅਸਤ ਕਿਹਨੂੰ ਕਹਿ ਰਿਹਾ? ਉਹ ਬਾਰ-ਬਾਰ ਉਹ ਲਿਟਰੇਚਰ ਨੂੰ ਅਸਤ ਕਹਿ ਰਿਹਾ, ਨਕਲ ਕਹਿ ਰਿਹਾ ਉਹ ਲਿਟਰੇਚਰ ਨੂੰ। ਉਸ ਅਨੁਸਾਰ ਅਸਤ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਵਾਸਤਵਿਕ ਅਸਤ ਕਥਨ ਅਤੇ ਦੂਜਾ ਵਿਹਾਰਕ ਅਸਤ ਕਥਨ। ਜਿਹਨੂੰ ਵਾਸਤਵਿਕ ਅਸਤ ਕਥਨ ਨੂੰ ਆਪਾਂ ਟਰੂ ਲਾਈ ਬੋਲਦੇ ਹਾਂ ਅਤੇ ਵਿਹਾਰਕ ਅਸਤ ਕਥਨ ਨੂੰ ਅਸੀਂ ਲਾਈ ਇਨ ਵਰਡਸ, ਜੋ ਸਿਰਫ ਸ਼ਬਦਾਂ ਲਈ ਝੂਠ ਬੋਲਿਆ ਜਾਏ। ਪਹਿਲੀ ਤਰ੍ਹਾਂ ਦੇ ਅਸਤ ਦਾ ਜਨਮ ਜੋ ਹੈ ਆਤਮਾ ਦੇ ਅਗਿਆਨਪੁਣੇ 'ਚੋਂ ਮੰਨਿਆ ਜਾਂਦਾ ਹੈ ਕਿ ਜਿਹਨੂੰ ਗਿਆਨ ਨਹੀਂ ਹੁੰਦਾ ਉਹ ਇਸ ਤਰ੍ਹਾਂ ਦਾ ਝੂਠ ਬੋਲ ਦਿੰਦਾ ਹੈ, ਜਦ ਕਿ ਦੂਜੀ ਤਰ੍ਹਾਂ ਦਾ ਅਸਤ ਜੋ ਹੈ ਉਹ ਪਰਿਸਥਿਤੀਆਂ ਤੋਂ ਜਨਮ ਲੈਂਦਾ ਹੈ ਕਿ ਅਸੀਂ ਕਿਸੇ ਦੇ ਬਚਾਅ ਲਈ ਕਦੇ ਝੂਠ ਬੋਲਿਆ। ਪਹਿਲੀ ਤਰ੍ਹਾਂ ਦਾ ਅਸਤ ਟਰੂ ਲਾਈ ਦੀ ਜੋ ਹੈ ਪਲੈਟੋ ਕਹਿੰਦਾ ਹੈ ਕਿ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਜੋ ਅਗਿਆਨਤਾ ਤੋਂ ਕਾਰਨ ਬੋਲਿਆ, ਅਤੇ ਦੂਜੀ ਤਰ੍ਹਾਂ ਦਾ ਅਸਤ ਜੋ ਲਾਈ ਇਨ ਵਰਡਸ ਹੈ ਉਹਦੀ ਸਾਹਿਤ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਫੋਰ ਐਗਜ਼ਾਮਪਲ ਜਿਵੇਂ ਕਿਸੇ ਦੁਸ਼ਮਣ ਨਾਲ ਕੀਤਾ ਗਿਆ ਵਿਹਾਰ ਜਾਂ ਮਿੱਤਰ ਦੀ ਰੱਖਿਆ ਸਮੇਂ ਲਾਈ ਇਨ ਵਰਡਸ, ਭਾਵ ਵਿਹਾਰਕ ਅਸਤ ਕਥਨ ਇੱਕ ਤਰ੍ਹਾਂ ਦਾ ਬਚਾਓ ਹੈ ਜਾਂ ਉਹਦੀ ਦਵਾਈ ਹੈ। ਠੀਕ ਹੈ ਬੇਟਾ, ਅਸੀਂ ਇਸ ਟੋਪਿਕ ਵਿੱਚ ਅਸੀਂ ਥੋੜ੍ਹਾ ਤਿੰਨਾਂ ਨੂੰ ਤੁਸੀਂ ਕਾਫੀ ਡਿਟੇਲ ਵਿੱਚ ਕਰਨਾ, ਪਲੈਟੋ ਨੂੰ, ਅਰਿਸਟੋਟਲ ਨੂੰ ਅਤੇ ਲਜਾਈਨਸ ਨੂੰ। ਅਸੀਂ ਸਿਰਫ ਇਹਨਾਂ ਨੂੰ ਥੋੜ੍ਹਾ ਇੰਟਰੋਡਕਸ਼ਨ ਦੇ ਪਰਪਸ ਤੋਂ ਕੀਤਾ ਇਸ ਟੋਪਿਕ ਨੂੰ। ਓਕੇ ਬੇਟਾ, ਥੈਂਕ ਯੂ।